ਮੇਰੇ ਪੂਰੇ ਪੰਜਾਬ ਭਰ ਦੇ ਬਹੁਤ ਪਿਆਰੇ ਵਿਦਿਆਰਥੀਆਂ ਨੂੰ ਅਤੇ ਅਧਿਆਪਕ ਸਾਹਿਬਾਨ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਿੰਦਰ ਕੌਰ ਤੁਹਾਡੇ ਨਾਲ ਅੱਜ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਜੋ ਕਿ ਸਾਡੀ ਆਉਣ ਵਾਲੇ ਸਮੇਂ ਦਸੰਬਰ ਦੇ ਵਿੱਚ ਫਸਟ ਟਰਮ ਦੀ ਬੋਰਡ ਦੀ ਪ੍ਰੀਖਿਆ ਹੈ, ਉਸ ਦੇ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ। ਬੇਟੇ ਇਹ ਬਹੁਤ ਦੇਰ ਬਾਅਦ ਹੋਇਆ ਹੈ ਕਿ ਸਾਡਾ 2 ਟਰਮਸ ਦੇ ਵਿੱਚ ਬੋਰਡ ਦਾ ਐਗਜ਼ਾਮ ਹੋਣਾ ਹੈ। ਕਰੋਨਾ ਦੀ ਵਜ੍ਹਾ ਦੇ ਨਾਲ ਇਹ ਡਿਸੀਜਨ ਲਿਆ ਗਿਆ ਹੈ। ਤੁਸੀਂ ਇਹਦੇ ਲਈ ਮੈਨੂੰ ਲੱਗਦਾ ਮੈਂਟਲੀ ਪ੍ਰਿਪੇਅਰ ਤੁਹਾਡੇ ਟੀਚਰਸ ਨੇ ਤੁਹਾਨੂੰ ਕਰ ਦਿੱਤਾ ਹੋਏਗਾ। ਇਹ ਫਸਟ ਟਾਈਮ ਹੈ ਕਿ 40 ਮਾਰਕਸ ਦਾ ਪੇਪਰ ਜਿਹੜਾ ਤੁਹਾਨੂੰ ਹੁਣ ਆਏਗਾ ਅਤੇ 40 ਮਾਰਕਸ ਦਾ ਪੇਪਰ ਤੁਹਾਨੂੰ ਮਾਰਚ ਦੇ ਵਿੱਚ ਆਏਗਾ। ਸੋ ਜਿਹੜਾ ਫਸਟ 40 ਮਾਰਕਸ ਦਾ ਪੇਪਰ ਆਉਣ ਵਾਲਾ ਹੈ, ਅਸੀਂ ਅੱਜ ਉਹਦੇ 'ਤੇ ਹੀ ਗੱਲ ਕਰਾਂਗੇ। ਪੇਪਰ ਦੇ ਵਿੱਚ ਸਿਰਫ ਮਲਟੀਪਲ ਚੋਇਸ ਦੇ ਕੁਐਸਚਨਸ ਹੋਣਗੇ ਐਂਡ ਈਚ ਕੁਐਸਚਨ ਕੈਰੀਜ਼ 1 ਮਾਰਕ। 40 ਕੁਐਸਚਨਸ ਹੋਣਗੇ ਅਤੇ 40 ਨੰਬਰ ਦਾ ਤੁਹਾਡਾ ਪੇਪਰ ਹੋਏਗਾ। ਇਹ ਪੇਪਰ ਤੁਹਾਡੇ ਲਈ ORM ਸ਼ੀਟ ਦੇ ਉੱਤੇ ਹੋਏਗਾ। ਇਹਦੇ ਸੰਬੰਧ ਵਿੱਚ ਬੱਚੇ ਪੇਪਰ ਵਿੱਚ ਕਿੱਦਾਂ ਦੇ ਕੁਐਸਚਨਸ ਆਉਣਗੇ, ਕਿਹੜੇ ਆਉਣਗੇ, ਇਹ ਤਾਂ ਮੈਂ ਨਹੀਂ ਦੱਸ ਸਕਦੀ ਕਿਉਂਕਿ ਮੈਨੂੰ ਵੀ ਨਹੀਂ ਪਤਾ। ਬੋਰਡ ਵਾਲਿਆਂ ਨੇ ਪੇਪਰ ਪਾਉਣਾ ਹੈ, ਬਟ ਕਿਸ ਟਾਈਪ ਦੇ ਆ ਸਕਦੇ ਹੈ, ਕੀ ਪੈਟਰਨ ਹੋਏਗਾ, ਕਿਵੇਂ ਤੁਸੀਂ ਸ਼ੀਟ ਭਰਨੀ ਹੈ, ਜਾਂ ਤੁਸੀਂ ਕਿਸ ਚੀਜ਼ ਸ਼ੀਟ ਗੱਲ ਦੇ ਵਿੱਚ ਕਨਫਿਊਜ਼ ਹੋ ਸਕਦੇ ਹੋ, ਉਹਦਾ ਸਿਲੇਬਸ ਕੀ ਹੋਏਗਾ। ਇਹਨਾਂ ਸਾਰੀ ਗੱਲਾਂ ਦੇ ਉੱਤੇ ਅੱਜ ਥੋੜ੍ਹੀ ਤੁਹਾਨੂੰ ਨੌਲੇਜ ਦੇਣ ਦੇ ਲਈ ਤੁਹਾਡੇ ਅਧਿਆਪਕਾਂ ਦੇ ਨਾਲ ਮੈਂ ਤੁਹਾਡੇ ਕੋਲ ਆਈ ਹਾਂ ਬੇਟੇ ਅੱਜ। ਸੋ ਅਸੀਂ ਅੱਜ ਗੱਲ ਕਰਾਂਗੇ ਫਸਟ ਟਰਮ ਦੇ ਸਿਲੇਬਸ ਦੀ। ਦੂਸਰੀ ਗੱਲ, ਫਸਟ ਟਰਮ ਦੀ ਜੋ ਸਾਡੀ ਦਸੰਬਰ ਪ੍ਰੀਖਿਆ ਹੈ, ਇਹਨੂੰ ਵੀ ਅਸੀਂ 2 ਭਾਗਾਂ 'ਚ ਵੰਡਿਆ ਹੈ। ਸਾਡੇ ਕੋਲ ਪੋਲੀਟੀਕਲ ਸਾਇੰਸ ਦਾ ਇੱਕ ਪਾਰਟ A ਹੈ, ਇੱਕ ਪਾਰਟ B ਹੈ। ਅੱਜ ਬੱਚੇ ਜਿਹੜੀ ਮੈਂ ਤੁਹਾਨੂੰ ਰਿਵੀਜ਼ਨ ਕਰਵਾ ਰਹੀ ਹਾਂ ਉਹ ਮੈਂ ਪਾਰਟ B ਦੀ ਕਰਵਾ ਰਹੀ ਹਾਂ। ਪਲੀਜ਼ ਅਧਿਆਪਕ ਸਾਹਿਬਾਨ ਵੀ ਮੇਰੀ ਗੱਲ ਨੋਟ ਕਰ ਲੈਣ। ਇਸ ਤੋਂ ਬਾਅਦ ਅਗਲਾ ਫਰਾਈਡੇ ਛੁੱਟੀ ਹੈ, ਉਸ ਤੋਂ ਅਗਲਾ ਫਰਾਈਡੇ ਜੋ ਮੇਰੇ ਖਿਆਲ 22 ਜਾਂ 26 ਨੂੰ ਫਰਾਈਡੇ ਆ ਰਿਹਾ ਹੈ, ਉਦੋਂ ਵੀ ਅਸੀਂ ਰਿਵੀਜ਼ਨ ਦਾ ਇੱਕ ਲੈਕਚਰ ਪਾਇਆ ਹੈ, ਬਟ ਉਹ ਪਾਰਟ A ਦੇ ਸਿਲੇਬਸ 'ਚੋਂ ਪਾਇਆ ਹੈ ਕਿਉਂਕਿ ਪਾਰਟ A ਦੇ ਆਪਣੇ ਐਜੂਸੈਟ ਦੇ ਲੈਕਚਰਸ ਵੀ ਹੋ ਚੁੱਕੇ ਨੇ, ਰਿਵੀਜ਼ਨ ਵੀ ਹੋ ਚੁੱਕੀ ਹੈ, ਤੁਸੀਂ ਪੈਸ ਦੇ ਅੰਡਰ ਵੀ ਉਹਨੂੰ ਕਰ ਚੁੱਕੇ ਹੋ, ਸੈਪਟੰਬਰ 'ਚ ਵੀ ਕਰ ਚੁੱਕੇ ਹੋ। ਜਿਹੜੀ ਪਾਰਟ B ਹੈ ਉਹਦੀ ਰਿਵੀਜ਼ਨ ਮੈਨੂੰ ਲੱਗਿਆ ਘੱਟ ਹੋਈ। ਸੋ ਇਹ ਸੋਚ ਕੇ ਕਿ ਆਉਣ ਵਾਲੇ ਟਾਈਮ 'ਚ ਕਈ ਵਾਰੀ ਫਰਾਈਡੇ ਉਦੋਂ ਤੱਕ ਪੇਪਰ ਨਾ ਸ਼ੁਰੂ ਹੋ ਜਾਣ, ਸੋ ਅੱਜ ਅਸੀਂ ਪਾਰਟ B ਦੇ ਸਿਲੇਬਸ ਦੀ ਵੀ ਗੱਲ ਕਰਾਂਗੇ ਅਤੇ ਪੇਪਰ ਦੀ ਪੈਟਰਨ ਦੀ ਵੀ ਗੱਲ ਕਰਾਂਗੇ। ਤੁਸੀਂ ਬੇਟੇ ਬਹੁਤ ਛੋਟੀਆਂ ਗੱਲਾਂ ਨੇ, ਜਰਾ ਧਿਆਨ ਦੇ ਨਾਲ ਨੋਟ ਕਰਦੇ ਜਾਣਾ। ਸਭ ਤੋਂ ਪਹਿਲਾਂ ਪਾਰਟ B ਦੀ ਮੈਂ ਗੱਲ ਕਰ ਰਹੀ ਹਾਂ। ਪਾਰਟ B ਦੇ ਵਿੱਚੋਂ ਤੋਂ ਤੁਹਾਨੂੰ ਬੇਟੇ ਇੱਕ ਸੰਸਦੀ ਨਮੂਨਾ ਪਾਰਲੀਮੈਂਟਰੀ ਮਾਡਲ ਵਾੜਾ ਜੋ B ਪਾਰਟ ਦਾ ਪਹਿਲਾ ਲੈਸਨ ਹੈ। ਉਸ ਤੋਂ ਬਾਅਦ ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ, ਸਮੱਸਿਆਵਾਂ ਅਤੇ ਸੁਝਾਅ, ਪ੍ਰੋਬਲਮ, ਚੈਲੰਜਿਸ ਐਂਡ ਸੁਜੈਸ਼ਨਸ ਫॉर द ਇੰਡੀਅਨ ਡੈਮੋਕ੍ਰੇਸੀ, ਇਹ ਤੁਹਾਡੇ ਸਿਲੇਬਸ 'ਚ ਹੈ। ਉਸ ਤੋਂ ਅੱਗੇ ਪੇਂਡੂ ਅਤੇ ਸ਼ਹਿਰੀ ਲੋਕਤੰਤਰ, ਪੇਂਡੂ ਲੋਕਤੰਤਰ, ਸ਼ਹਿਰੀ ਲੋਕਤੰਤਰ, ਅਰਬਨ ਐਂਡ ਰੂਰਲ ਡੈਮੋਕ੍ਰੇਸੀ, ਗ੍ਰਾਸ ਰੂਟ ਲੈਵਲ, ਠੀਕ ਹੈ ਨਾ, ਸੈਲਫ ਗਵਰਨਮੈਂਟਸ, ਇਹ ਤੁਹਾਡੇ ਸਿਲੇਬਸ 'ਚ ਪੂਰੇ ਲੈਸਨ ਹੈ, ਪੂਰੇ ਲੈਸਨ। ਉਸ ਤੋਂ ਅਗਲੀ ਗੱਲ ਭਾਰਤੀ ਦਲ ਪ੍ਰਣਾਲੀ ਦਾ ਸਰੂਪ, ਕਿ ਭਾਰਤ ਵਿੱਚ ਕਿੱਦਾਂ ਦੀ ਦਲ ਪ੍ਰਣਾਲੀ ਹੈ, ਭਾਰਤੀ ਦਲ ਪ੍ਰਣਾਲੀ ਦੀਆਂ ਸਮੱਸਿਆਵਾਂ ਤੋਂ ਬਾਅਦ ਰਾਸ਼ਟਰੀ ਅਤੇ ਖੇਤਰੀ ਦਲ। ਰਾਸ਼ਟਰੀ ਦਲਾਂ ਦੇ ਵਿੱਚ ਬੱਚੇ 4 ਰਾਜਨੀਤਿਕ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਮਾਰਕਸਵਾਦੀ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਐਂਡ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਇਹ ਤੁਹਾਡੇ ਸਿਲੇਬਸ 'ਚ ਹੈ। ਖੇਤਰੀ ਦਲਾਂ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੁਹਾਡੇ ਸਿਲੇਬਸ 'ਚ ਹੈ, 2 ਖੇਤਰੀ ਦਲ। ਉਸ ਤੋਂ ਅਗਲਾ ਲੈਸਨ ਚੋਣ ਆਯੋਗ ਕੀ ਹੈ, ਚੋਣ ਆਯੋਗ ਦੀ ਬਣਤਰ ਅਤੇ ਕੰਮ, ਚੋਣ ਪ੍ਰਕਿਰਿਆ, ਇਲੈਕਸ਼ਨ ਪ੍ਰੋਸੈਸ ਐਂਡ ਇਲੈਕਸ਼ਨ ਕਮਿਸ਼ਨ। ਇਸ ਲੈਸਨ ਦੇ ਵਿੱਚ ਜੋ ਬਾਕੀ ਸਭ ਕੁਝ ਹੈ ਉਹ ਤੁਹਾਡੇ ਸਿਲੇਬਸ 'ਚ ਬੱਚੇ ਨਹੀਂ ਹੈ, ਸਿਰਫ ਇੱਕ ਚੋਣ ਆਯੋਗ, ਇਹ ਠੀਕ ਕਰ ਲੈਣਾ, ਮਾਫੀ ਚਾਹੁੰਦੀ ਹਾਂ ਇਹਦੇ ਲਈ ਮੈਂ। ਚੋਣ ਆਯੋਗ ਅਤੇ ਚੋਣ ਪ੍ਰਕਿਰਿਆ, ਇਹ ਤੁਹਾਡੇ ਸਿਲੇਬਸ ਦੇ ਵਿੱਚ 2 ਟੌਪਿਕਸ ਨੇ। ਉਸ ਤੋਂ ਅੱਗੇ ਤੁਹਾਡੇ ਸਿਲੇਬਸ ਦੇ ਵਿੱਚ ਜਨ ਸਹਿਭਾਗਤਾ, ਠੀਕ ਹੈ, ਪੀਪਲਸ ਪਾਰਟੀਸਪੇਸ਼ਨ, ਨੋਟ ਕਰਦੇ ਜਾਓ, ਮਤਦਾਨ ਵਿਹਾਰ, ਵੋਟਿੰਗ ਬਿਹੇਵੀਅਰ, ਬਾਲਗ ਮਤਾਧਿਕਾਰ, ਐਡਲਟ ਫਰੈਂਚਾਈਜ਼, ਪ੍ਰਤੱਖ ਅਤੇ ਅਪ੍ਰਤੱਖ ਚੋਣ, ਡਾਇਰੈਕਟ ਐਂਡ ਇਨਡਾਇਰੈਕਟ ਇਲੈਕਸ਼ਨ। ਮੈਂ ਬਿਲਕੁਲ ਇਹਨੂੰ ਕਲੀਅਰ ਕਰਨਾ ਚਾਹੁੰਦੀ ਹਾਂ। ਇਹ ਸਿਲੇਬਸ ਜਿਹੜਾ ਹੈ ਤੁਸੀਂ ਆਪਣੇ ਤੁਹਾਡੇ ਟੀਚਰਸ ਜਾਂ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਇਹਦੀ ਪਿਕ ਵੀ ਲੈ ਸਕਦੇ ਹੋ, ਨਹੀਂ ਤਾਂ ਜਦੋਂ YouTube 'ਤੇ ਵੀ ਲੈਕਚਰ ਹੋਏਗਾ ਤਾਂ ਵੀ ਬੇਟੇ ਤੁਸੀਂ ਇਹਨੂੰ ਦੇਖ ਸਕਦੇ ਹੋ। ਇਹ ਤੁਹਾਡੇ B ਪਾਰਟ ਦਾ ਸਿਲੇਬਸ ਹੈ। ਅੱਜ ਜੋ ਮੈਂ ਤੁਹਾਨੂੰ ਰਿਵੀਜ਼ਨ ਕਰਵਾ ਰਹੀ ਹਾਂ ਉਹ ਮੈਂ ਸਿਰਫ B ਪਾਰਟ ਦੀ ਰਿਵੀਜ਼ਨ ਕਰਵਾ ਰਹੀ ਹਾਂ,
बाकी जो पेपर का पैटर्न है बेटे वो याद रखना, 40 नंबर का पेपर होएगा, 40 क्वेश्चनस होंगे। क्वेश्चन हरेक क्वेश्चन MCQ मल्टीपल चॉइस का क्वेश्चन होएगा, जिन्होंने पंजाबी च बहु विकल्पी उत्तर कहते हैं। हरेक प्रश्न के 4 ऑप्शनस होणगियां, उन्हां 4 ऑप्शनस दे विचों एक ऑप्शन ठीक होएगी जिहड़ी तुसीं टिक करनी होएगी, और वो जिथे तक हजे तक सानू इन्फॉर्मेशन है OMR शीट के उत्ते होएगी। सो तुहानू मान लो पहला क्वेश्चन है, उहदे अगे 4 होणगे ABCD, तो जे तुहाडा B वाला ऑप्शन सही है तो तुसी B वाला गोले नू ब्लैक करना है। वो शीट दे विच तुसी एक काम मैं अपने स्टूडेंट्स नू भी रोज़ कहनी हाँ, तुहानू भी बेटे मैं कह रही हाँ कि उहदे विच तुसी कटिंग नहीं करनी। कटिंग मीनस जिवें पहला किसी ने B फिल करता कि इहदा B ऑप्शन ठीक है, B ऑप्शन ठीक तो बाद तुहानू किसी ने कहता कि नहीं B नहीं ठीक सीगा जी, C ठीक सी, तो तुसी B नू कट दिंदे हो या इरेज कर दिंदे हो तो C भर दिंदे हो। बेटे जदों OMR शीट है उहदी तुसी इस गल नू ध्यान च रखना है कि उहदे विच तुसी कटिंग नहीं करनी, चाहे तुहाडा नाम है, तुहाडा रोल नंबर है, तुहाडा आधार कार्ड है, खास तौर पर तुहाडे आंसर्स बड़ी सोच समझ के मैं तुहानू यही सजैसट करूँगी कि पहला तुसी लैसन नू थोरोली करो। उस तो बाद इन केस देखो मैं एज अ टीचर गल कर रही हाँ, चाहे पंजाब लैवल ते कर रही हाँ, इन केस तुहानू किसी क्वेश्चन का उत्तर हले नहीं आता, यू आर नॉट श्योर कि इहदा आंसर की है, प्लीज़ उन्होंने छड्ड दो, थोड़ी देर लिए उन्होंने छड्ड दो सोच के। बट जब तुसी एक बारी किसी गोले नू अपने नू काला करके आंसर फिल करता, उस तो बाद बच्चे उहदे च कटिंग ना करियो, क्योंकि जे कंप्यूटराइज्ड चैकिंग होई तो तुहाडा वो क्वेश्चन दूसरी बार कटिंग किसी भी कटिंग करके वो कैंसल हो जाना है। सो अगली चीज़ जो मैं अपनी क्लास में बार बार अपने स्टूडेंट्स नाल डिस्कस कर रही हाँ, उही गल्लां मैं तुहाडे नाल भी डिस्कस करांगी। एक तुहाडे पेपर दे विच सैट आने ने 3, पहले बच्चे को A सैट होएगा, दूजे को B होएगा, तीसरे को C होएगा। कई बारी की करते हो तुसी, मैनूं पता है माड़ा मोटा तुसी आपस में पूछना भी जरूर है, हालांकि नहीं पूछना चाहिए पर पूछना भी है। सो तुसी पुछते पुछते जे किसी ने कहता भी चौथे का C है, तो तुसी अपना चौथे का C मार्क कर लेना, जदों कि उहदे पेपर विच चौथा क्वेश्चन कोई होर होना है, तुहाडे विच कोई होर होना है, तीसरे विच कोई होर होना है। सो मेरी यह गुजारिश है कि थोड़ा जिहा तुहाडे लई भी पैटर्न नवा है, हो सकता है इट इज़ पॉसीबल कि पेपर तक एग्जाम्स तक पैटर्न कुछ चेंज हो जाए, सीधी शीट भी आ सकती है, सीधे टिक करने भी आ सकते हैं, बट जो अजे तक सानू इन्फॉर्मेशन है उहदे अकॉर्डिंग बेटे मैं तुहानू दस रही हैं कि तुसी ये 40 क्वेश्चनस नू बड़े ध्यान नाल, हरेक क्वेश्चन नू बड़े ध्यान नाल पढ़ना है। पढ़न तो बाद इफ़ यू आर श्योर अबाउट इट तो तुसी अपने आंसर नू बड़ी सोच के गोला लगाना है। इन केस यू आर नॉट श्योर कि तुहानू हले पक्का नहीं है कि इहदे चों किहड़ी ऑप्शन ठीक है, मैनू आंसर हले नहीं पता लग रहा, उन्होंने थोड़ी देर लिए छड्डो, अखीर दे विच उन्होंने सोच के उन्होंने फिल करो। कटिंग्स बच्चे तुसी नहीं करनियां, ठीक है। और ये नहीं सोचना कि जे उहदा 24वें का B आंसर है तो मेरा भी होएगा, हो सकता उहदे चों क्वेश्चन नंबर 24 होवे, तुहाडे चों 17 होवे, तीसरे दे विचों 3 होवे। सो इस करके इदां दी कन्फ्यूजन दे विच तुसी नहीं करना। एक होर चीज़ जिहड़ी, क्योंकि मैं बच्चों नाल डेली डील करती हाँ, इस करके बेटे मैनू पता है बच्चे कित्थे कित्थे गड़बड़ करते हैं। एक होर तुसी की करते हो, कई बार तुसी कोई क्वेश्चन पढ़ते हो, क्वेश्चन तो बाद तुहानू आंसर लगता कि हाँ हाँ ये तो पक्का ही है। मान लो क्वेश्चन आ गया भारत कदों आज़ाद होया, 1947, तुहानू पक्का पता है 1947 है, पर फिर भी उन्होंने सोचो, मतलब यू शुड बी कॉन्फिडेंट बट यू शुड नॉट बी ओवर कॉन्फिडेंट। मल्टीपल चॉइस दे विच तुहाडी असल इंटैलीजेंस का पता लगता है, कॉन्फिडेंस के नाल सोचना है, बट ये नहीं सोचना भी हाँ ये आंसर ये तो मैनू आंदा है। कई बार बेटे वो गल घुमा के कुछ होर पुछी हुंदी है। सो इन्हां गल्लां नूं ध्यान विच रखते हुए अज दी थोड़ी जी कुछ एक क्वेश्चन की रिवीजन मैं करवावांगी तुहानू। एक मैं तुहानू पहला दस रही हैं कि ये सिर्फ अगे जो मैं रिवीजन करवा रही हैं, एक कॉपी के उत्ते लिखिया दी ही फोटो है। सो तुसी जरूरी नहीं समझना कि जो हरविंदर मैम दस रहे हैं उन्हां चों क्वेश्चन आएंगे। क्वेश्चन इन्हां विच्चों हो सकता अज मैं 30 क्वेश्चन बोलने होण, उन्हां चों 10 तुहानू पेपर च आ जाण, हो सकता तुहानू 5 आ जाण, हो सकता कोई भी ना आवे, हो सकता 30 दे 30 आ जाण, मैं नहीं कह सकती, ठीक है, क्योंकि पेपर असीं नहीं पाया। पर तुसी इन्नी गल याद रखनी है कि तुसी बड़े ध्यान दे नाल क्वेश्चन देखना है कि क्वेश्चन तुहानू किस किस टाइप के आ सकते हैं। सो असी थोड़ी जी रिवीजन करांगे, पार्ट B की रिवीजन असी कर रहे हैं। सिलेबस अध्यापक साहबान भी नोट कर लैण, B पार्ट की सैकेंड लैक्चर दे विच असी A पार्ट की रिवीजन करांगे, B पार्ट दे विच सारा सिलेबस आएगा।
ਹੁਣ ਅਸੀਂ ਗੱਲ ਕਰਦੇ ਹਾਂ ਥੋੜੀ ਜੀ MCQ ਕੁਐਸਚਨਸ ਦੀ। ਬੜੇ ਧਿਆਨ ਦੇ ਨਾਲ ਕੁਐਸਚਨ ਦੇਖਦੇ ਜਾਣਾ, ਆਪਣੇ ਟੀਚਰਸ ਨੂੰ ਆਨਸਰ ਤੁਸੀਂ ਵੀ ਬੋਲਦੇ ਜਾਣਾ, ਟੀਚਰਸ ਵੀ ਤੁਹਾਨੂੰ ਦੱਸਣਗੇ ਕਿ ਠੀਕ ਹੈ ਕਿ ਗਲਤ ਹੈ। ਹਾਂਜੀ, ਭਾਰਤ ਨੇ ਸੰਸਦੀ ਢਾਂਚਾ ਕਿਸ ਦੇਸ਼ ਤੋਂ ਲਿਆ? ਠੀਕ ਹੈ ਜੀ, ਸੰਸਦੀ ਪ੍ਰਣਾਲੀ ਦੇ ਵਿੱਚੋਂ ਹੈ। ਆਪਸ਼ਨ 4 ਦਿੱਤੀਆਂ ਹੋਈਆਂ ਨੇ, ਜਾਪਾਨ, ਚੀਨ, ਇੰਗਲੈਂਡ ਅਤੇ ਅਮਰੀਕਾ। ਔਰ ਤੁਹਾਨੂੰ ਸਭ ਨੂੰ ਪਤਾ ਹੈ ਪਹਿਲੀ ਲਾਈਨ ਦੇ ਵਿੱਚ ਹੀ ਆਉਂਦਾ ਹੈ ਕਿ ਭਾਰਤ ਨੇ ਸੰਸਦੀ ਢਾਂਚਾ ਕਿਸ ਦੇਸ਼ ਤੋਂ ਲਿਆ? ਇੰਗਲੈਂਡ ਤੋਂ ਲਿਆ। ਜੇ ਤੁਹਾਨੂੰ ਪਤਾ ਹੈ ਪਹਿਲੇ ਦਾ B ਹੈ ਤਾਂ ਤੁਸੀਂ ਉੱਥੇ ORM ਸ਼ੀਟ ਦੇ ਉੱਤੇ B ਨੂੰ ਹੀ ਬਲੈਕ ਕਰੋਗੇ ਕਿ ਇਹ ਸਾਡਾ ਕਰੈਕਟ ਆਨਸਰ ਹੈ। ਅਗਲੀ ਗੱਲ, ਭਾਰਤੀ ਸੰਸਦੀ ਢਾਂਚੇ ਵਿੱਚ ਲੋਕ ਸਭਾ ਨੂੰ ਕੌਣ ਨਿਸ਼ਚਿਤ ਸਮੇਂ ਤੋਂ ਪਹਿਲਾਂ ਭੰਗ ਕਰ ਸਕਦਾ ਹੈ? ਭਾਰਤੀ ਸੰਸਦੀ ਢਾਂਚੇ ਵਿੱਚ ਲੋਕ ਸਭਾ ਨੂੰ ਕੌਣ ਨਿਸ਼ਚਿਤ ਸਮੇਂ ਤੋਂ ਪਹਿਲਾਂ ਭੰਗ ਕਰ ਸਕਦਾ ਹੈ? 4 ਆਪਸ਼ਨ ਨੇ। ਪ੍ਰਧਾਨ ਮੰਤਰੀ ਭੰਗ ਕਰ ਸਕਦੇ ਹੈ, ਸਰਵਉੱਚ ਅਦਾਲਤ ਕਰ ਸਕਦੀ ਹੈ, ਰਾਸ਼ਟਰਪਤੀ ਕਰ ਸਕਦੇ ਹੈ ਜਾਂ ਕੋਈ ਵੀ ਨਹੀਂ। ਹੁਣ ਸੋਚੋ ਕਿ ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਨੂੰ ਤਾਂ ਅਵਿਸ਼ਵਾਸ ਦੇ ਪ੍ਰਸਤਾਵ ਰਾਹੀਂ ਹਟਾਇਆ ਜਾ ਸਕਦਾ ਹੈ, ਪਰ ਲੋਕ ਸਭਾ ਨੂੰ 5 ਸਾਲ ਤੋਂ ਪਹਿਲਾਂ ਕੌਣ ਭੰਗ ਕਰਦਾ ਹੈ? ਤਾਂ ਤੁਹਾਡਾ ਸਹੀ ਜਵਾਬ ਹੈ B, ਰਾਸ਼ਟਰਪਤੀ। ਠੀਕ ਹੈ ਜੀ, ਸਹਿਮਤ ਹੋ ਮੇਰੇ ਨਾਲ? ਤੀਸਰੀ ਗੱਲ, ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ, ਪਹਿਲੀ ਸਟੇਟਮੈਂਟ ਹੈ। ਹੁਣ ਇਹ ਸਟੇਟਮੈਂਟ ਵਾਲਾ ਸਮ ਹੈ। ਸਟੇਟਮੈਂਟ ਵਾਲੇ ਸਮ ਨੂੰ ਬੱਚੇ ਤੁਸੀਂ, ਇਹ ਤੁਹਾਡੇ ਲਈ ਨਵੇਂ ਨੇ, ਇਹਨਾਂ ਨੂੰ ਤੁਸੀਂ ਬੜੇ ਧਿਆਨ ਨਾਲ ਹੁਣ ਮੇਰੀ ਗੱਲ ਸੁਣਨੀ ਹੈ। ਇਹਦੇ ਵਿੱਚ ਕੀ ਹੈ ਕਿ ਤੁਹਾਨੂੰ 2 ਸਟੇਟਮੈਂਟਾਂ ਦਿੱਤੀਆਂ ਜਾਣਗੀਆਂ, ਸਟੇਟਮੈਂਟ ਊੜਾ ਐੜਾ ਜਾਂ A B। ਉਸ ਤੋਂ ਬਾਅਦ 4 ਆਪਸ਼ਨ ਹੋਣਗੇ ਵੀ ਕੀ A ਸਟੇਟਮੈਂਟ ਸਹੀ ਹੈ, ਕੀ B ਸਹੀ ਹੈ, ਤੀਸਰਾ ਕੀ A ਅਤੇ B ਦੋਨੋਂ ਸਹੀ ਹਨ ਜਾਂ A ਅਤੇ B ਦੋਨੋਂ ਗਲਤ ਵੀ ਹੋ ਸਕਦੀਆਂ ਹਨ। ਬੜੇ ਧਿਆਨ ਨਾਲ ਹੁਣ ਤੁਸੀਂ ਆਪਣੇ ਟੀਚਰਸ ਨਾਲ ਡਿਸਕਸ ਕਰਨਾ ਹੈ। ਪਹਿਲੀ ਆਪਸ਼ਨ ਤੁਹਾਨੂੰ ਦੇ ਰਹੇ ਹੈ, ਪਹਿਲੀ ਸਟੇਟਮੈਂਟ, ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਆਪਣੇ ਕੰਮਾਂ ਲਈ ਵਿਧਾਨ ਪਾਲਿਕਾ ਨੂੰ ਜ਼ਿੰਮੇਵਾਰ ਹੈ। ਹਾਂਜੀ, ਪਹਿਲਾਂ ਇਹ ਸਟੇਟਮੈਂਟ ਸੋਚੋ, ਪਹਿਲੀ ਸਟੇਟਮੈਂਟ ਪੜ੍ਹੋ, ਠੀਕ ਹੈ ਕਿ ਗਲਤ ਹੈ? ਠੀਕ ਹੈ। ਦੂਸਰੀ ਗੱਲ, ਸੰਸਦੀ ਢਾਂਚੇ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਨੇੜੇ ਦਾ ਸੰਬੰਧ ਹੁੰਦਾ ਹੈ। ਹੁਣ ਬੜੇ ਧਿਆਨ ਨਾਲ ਦੇਖੋ, ਆਪਾਂ ਪਹਿਲੀ ਸਟੇਟਮੈਂਟ ਦੇਖੋ ਵੀ ਪਹਿਲੀ ਠੀਕ ਹੈ ਕਿ ਨਹੀਂ। ਹੁਣ ਅਸੀਂ ਇੱਥੇ ਦੇਖ ਲਿਆ ਕਿ ਪਹਿਲੀ ਠੀਕ ਹੈ। ਦੂਸਰੀ ਸਟੇਟਮੈਂਟ ਅਸੀਂ ਪੜ੍ਹੀ, ਦੂਸਰੀ ਵੀ ਠੀਕ ਹੈ, ਵਾਕਈ ਸੰਸਦੀ ਸਰਕਾਰ ਵਿੱਚ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਵਿੱਚ ਨੇੜੇ ਦਾ ਸੰਬੰਧ ਹੈ। ਹੁਣ ਅੱਗੇ ਉਹਨਾਂ ਨੇ ਤੁਹਾਨੂੰ ਕੁਐਸਚਨ ਕੀਤਾ ਕਿਹੜਾ ਕਥਨ ਸਹੀ ਹੈ? A ਸਹੀ ਹੈ ਕਿ B ਸਹੀ ਹੈ? A ਅਤੇ B ਦੋਨੋਂ ਸਹੀ ਹਨ ਜਾਂ A ਅਤੇ B ਦੋਨੋਂ ਗਲਤ ਹਨ? ਤਾਂ ਤੁਸੀਂ ਤੁਹਾਡੇ ਅਕੋਰਡਿੰਗ ਜੇ ਤੁਸੀਂ ਆਨਸਰ ਦੇਖੋਗੇ, ਜੇ ਮੈਂ ਆਨਸਰ ਦੱਸਾਂ ਤਾਂ ਉਹਨੂੰ ਅਸੀਂ ਕੀ ਕਵਾਂਗੇ ਵੀ A ਸਟੇਟਮੈਂਟ ਵੀ ਸਹੀ ਹੈ ਅਤੇ B ਸਟੇਟਮੈਂਟ ਵੀ ਸਹੀ ਹੈ। ਇਹਦਾ ਮਤਲਬ ਆਪਸ਼ਨ ਕਿਹੜੀ ਹੋਗੀ? 3rd, A ਅਤੇ B ਦੋਨੋਂ ਸਹੀ ਹਨ। ਸਮਝ ਆ ਗਈ? ਤੁਸੀਂ ਉੱਥੇ ਲਿਖਣਾ ਕੁਝ ਨਹੀਂ, ਸਿਰਫ ਤੀਜੇ ਵਾਲੇ ਨੂੰ ਤੁਸੀਂ ਬਲੈਕ ਕਰ ਦੇਣਾ। ਠੀਕ ਹੋ ਗਿਆ ਜੀ। ਚੌਥਾ ਕੁਐਸਚਨ, ਗਰੀਬੀ ਅਤੇ ਬੇਰੁਜ਼ਗਾਰੀ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਵਾਲੇ ਡੈਸ਼ ਤੱਤ ਹਨ। ਜਦੋਂ ਤੁਹਾਨੂੰ ਫਿਲਿੰਗ ਦੀ ਬਲੈਂਕਸ ਵੀ ਆਏਗਾ, ਬੱਚੇ ਮੇਰੀ ਗੱਲ ਯਾਦ ਰੱਖਿਓ, ਇਹਨਾਂ ਪੇਪਰਾਂ 'ਚ ਜਦੋਂ ਤੁਹਾਨੂੰ ਫਿਲਿੰਗ ਦੀ ਬਲੈਂਕਸ ਵੀ ਆਏਗਾ ਤਾਂ ਫਿਲਿੰਗ ਦੀ ਬਲੈਂਕਸ ਦੀਆਂ ਵੀ ਤੁਹਾਨੂੰ 4 ਆਪਸ਼ਨਸ ਦਿੱਤੀਆਂ ਜਾਣਗੀਆਂ। ਇਹ ਹੋ ਸਕਦਾ ਤੁਹਾਡੀ ਸਕਰੀਨ ਦੇ ਉੱਤੇ ਕਲੀਅਰ ਨਾ ਆ ਰਿਹਾ ਹੋਵੇ। ਆਰਥਿਕ ਤੱਤ ਹਨ, ਸਮਾਜਿਕ ਤੱਤ ਹਨ, ਰਾਜਨੀਤਿਕ ਤੱਤ ਹਨ ਜਾਂ ਧਾਰਮਿਕ ਤੱਤ ਹਨ। ਹੁਣ ਗਰੀਬੀ ਤੇ ਬੇਰੁਜ਼ਗਾਰੀ, ਗਰੀਬੀ ਦਾ ਤਾਲੁਕ ਕਿਹਦੇ ਨਾਲ ਹੈ? ਧਨ ਨਾਲ, ਪੈਸੇ ਨਾਲ। ਬੇਰੁਜ਼ਗਾਰੀ ਦਾ ਤਾਲੁਕ ਕਿਹਦੇ ਨਾਲ ਹੈ? ਪੈਸੇ ਦੇ ਨਾਲ। ਇਹਦਾ ਮਤਲਬ ਗਰੀਬੀ ਅਤੇ ਬੇਰੁਜ਼ਗਾਰੀ ਕਿਹੜੇ ਤੱਤ ਹਨ? ਆਰਥਿਕ ਤੱਤ ਹਨ। ਸੋ ਅਸੀਂ ਕਿਹਨੂੰ? A ਆਪਸ਼ਨ ਸਹੀ ਹੈ। ਸੋ ਅਸੀਂ ਆਰਥਿਕ ਨੂੰ ਕੀ ਕਰਾਂਗੇ? ਸਰਕਲ ਕਰਾਂਗੇ, ਬਲੈਕ ਕਰਾਂਗੇ ਕਿ ਇਹ ਸਹੀ ਹੈ। ਇਹਦੀ ਜਗ੍ਹਾ ਤੇ ਤੁਹਾਨੂੰ ਹੋਰ ਕੁਐਸਚਨ ਆ ਸਕਦਾ ਹੈ, ਸੰਪਰਦਾਇਕਤਾ ਅਤੇ ਜਾਤੀਵਾਦ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਵਾਲੇ ਡੈਸ਼ ਤੱਤ ਹਨ। ਜੇ ਸੰਪਰਦਾਇਕਤਾ ਤੇ ਜਾਤੀਵਾਦ ਪੁੱਛ ਲਿਆ, ਇਹਦਾ ਮਤਲਬ ਉਹ ਸਮਾਜਿਕ ਤੱਤ ਨੇ। ਸੋ ਇਹ ਤੁਸੀਂ ਕੁਐਸਚਨ ਨੂੰ ਜ਼ਰੂਰੀ ਨਹੀਂ ਕਿ ਸੋਚ ਲੈਣਾ ਕਿ ਮੈਮ ਨੇ ਇਹੀ ਗੱਲ ਕਹੀ ਸੀ। ਤੁਸੀਂ ਕੁਐਸਚਨ ਦੇਖਣਾ ਹੈ, ਕੁਐਸਚਨ ਦੀ ਨੇਚਰ ਕਿਸੇ ਵੀ ਤਰ੍ਹਾਂ ਚੇਂਜ ਹੋ ਸਕਦੀ ਹੈ। ਅਗਲੀ ਗੱਲ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਭਾਰਤੀ ਲੋਕਤੰਤਰ ਤੇ ਮਾੜਾ ਪ੍ਰਭਾਵ ਨਹੀਂ ਪਾਉਂਦਾ? ਪਾਉਂਦਾ ਨਹੀਂ ਪਾਉਂਦਾ। ਕਾਹਲੀ ਨਹੀਂ ਕਰਨੀ। ਜੇ ਤਾਂ ਆਂਦਾ ਕਿਹੜਾ ਪਾਉਂਦਾ ਹੈ, ਫਿਰ ਆਨਸਰ ਹੋਰ ਬਿਲਕੁਲ ਚੇਂਜ ਹੋਣਾ ਸੀ। ਹੁਣ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਭਾਰਤੀ ਲੋਕਤੰਤਰ ਤੇ ਮਾੜਾ ਪ੍ਰਭਾਵ ਨਹੀਂ ਪਾਉਂਦਾ? ਪਹਿਲਾ ਤੱਤ ਸੰਪਰਦਾਇਕਤਾ। ਸੰਪਰਦਾਇਕਤਾ ਹੁੰਦਾ ਹੈ ਧਰਮ ਦੇ ਆਧਾਰ ਤੇ ਝਗੜੇ। ਇਹ ਤਾਂ ਲੋਕਤੰਤਰ ਤੇ ਤੁਹਾਨੂੰ ਪਤਾ ਨਿੱਤ ਦਾ ਖਤਰਾ ਹੈ ਸਾਡੇ ਲਈ। ਦੂਜੀ ਆਪਸ਼ਨ ਹੈਗੀ ਸਰਕਾਰ ਦੀ ਆਲੋਚਨਾ ਜਾਂ ਵਿਰੋਧ ਕਰਨਾ। ਤੀਸਰੀ ਆਪਸ਼ਨ ਹੈਗੀ ਹੈ ਜਾਤ ਪਾਤ। ਚੌਥੀ ਆਪਸ਼ਨ ਹੈਗੀ ਭ੍ਰਸ਼ਟਾਚਾਰ। ਹੁਣ ਇਹਨੂੰ ਬੜੇ ਧਿਆਨ ਨਾਲ ਦੇਖੋ ਵੀ ਭਾਰਤੀ ਲੋਕਤੰਤਰ ਲਈ ਖਤਰਾ ਕਿਹੜੀ ਚੀਜ਼ ਹੈ। ਦੇਖੋ, ਜੇ ਅਸੀਂ ਧਰਮ ਦੇ ਆਧਾਰ ਤੇ ਲੜਦੇ ਹਾਂ ਇਹ ਵੀ ਖਤਰਾ ਹੈ, ਜੇ ਅਸੀਂ ਜਾਤ ਦੇ ਆਧਾਰ ਤੇ ਲੜ ਰਹੇ ਹਾਂ ਇਹ ਵੀ ਖਤਰਾ ਹੈ,
ਜੇ ਸਾਡੇ ਦੇਸ਼ ਵਿੱਚ ਭ੍ਰਸ਼ਟਾਚਾਰ ਹੈ, ਭਾਰਤੀ ਲੋਕਤੰਤਰ ਲਈ ਉਹ ਵੀ ਖਤਰਾ ਹੈ। ਪਰ ਜੇ ਅਸੀਂ ਸਰਕਾਰ ਦੀ ਆਲੋਚਨਾ ਕਰਦੇ ਹਾਂ ਜਾਂ ਵਿਰੋਧ ਕਰਨ ਦਾ, ਉਹ ਸਾਡਾ ਅਧਿਕਾਰ ਹੈ, ਉਹ ਲੋਕਤੰਤਰ ਲਈ ਖਤਰਾ ਨਹੀਂ ਹੈ, ਸਗੋਂ ਉਹ ਲੋਕਤੰਤਰ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਦਾ ਵਿਰੋਧ ਜਾਂ ਆਲੋਚਨਾ ਕਰ ਸਕਦੇ ਹਨ। ਸੋ ਇਹ ਤਿੰਨੋਂ ਸਾਡੇ ਲੋਕਤੰਤਰ ਲਈ ਖਤਰੇ ਹਨ। ਇਹ ਜਿਹੜੀ ਆਪਸ਼ਨ ਹੈ ਇਹ ਤੁਹਾਡਾ ਆਨਸਰ ਹੋਏਗਾ, ਸਰਕਾਰ ਦੀ ਆਲੋਚਨਾ ਜਾਂ ਵਿਰੋਧ ਕਰਨ ਦਾ ਅਧਿਕਾਰ। हाँ, ਇਹਦੀ ਜਗ੍ਹਾ ਤੇ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਕਿਹੜਾ ਪ੍ਰਭਾਵ ਨਹੀਂ ਪਾਉਂਦਾ, है ना, ਜਾਂ ਪ੍ਰਸ਼ਨ ਆ ਜਾਵੇ ਕਿ ਕਿਹੜਾ ਪ੍ਰਭਾਵ ਪਾਉਂਦਾ ਹੈ, ਮਾੜਾ ਪ੍ਰਭਾਵ ਕਿਹੜਾ ਪਾਉਂਦਾ ਹੈ। ਉੱਥੇ ਅਸੀਂ ਆਪਸ਼ਨ ਦੇ ਦਈਏ ਸੰਪਰਦਾਇਕਤਾ, ਜਾਤੀਵਾਦ, ਭ੍ਰਿਸ਼ਟਾਚਾਰ, ਗਰੀਬੀ, है ना, ਜਾਂ 3 ਦੇ ਕੇ ਕਹਿ ਦਈਏ ਉਪਰੋਕਤ ਸਾਰੇ, ਤਾਂ ਤੁਹਾਡਾ ਉਦੋਂ ਜਵਾਬ ਕੀ ਆ ਜਾਏਗਾ, ਉਪਰੋਕਤ ਸਾਰੇ। ਠੀਕ ਹੈ ਮੇਰੀ ਗੱਲ ਸਭ ਬੱਚੇ, ਕੁਐਸਚਨ ਇਹਨਾਂ ਲੈਸਨਸ ਵਿੱਚੋਂ ਹੀ ਆਣੇ ਨੇ। ਕੁਐਸਚਨ ਜਿੱਥੋਂ ਮਰਜ਼ੀ ਆਣ, ਮੇਰੀ ਟੀਚਰਸ ਅੱਗੇ ਵੀ ਰਿਕੁਐਸਟ ਹੈ, ਕਿਉਂਕਿ ਪੰਜਾਬ ਭਰ ਤੋਂ ਮੈਨੂੰ ਬਹੁਤ ਫੋਨ ਆਉਂਦੇ ਨੇ, ਤਾਂ ਬੱਚੇ ਮੈਨੂੰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕੁਐਸਚਨ ਹੀ ਯਾਦ ਕਰ ਰਹੇ ਹਾਂ ਮੈਡਮ, ਅਸੀਂ ਲੈਸਨ ਨਹੀਂ ਕੀਤੇ, ਅਸੀਂ ਕੁਐਸਚਨ ਯਾਦ ਕਰ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇਕੱਲੇ ਕੁਐਸਚਨ ਕਰਵਾਏ ਦੇ ਉੱਤੇ ਬੱਚਾ ਕੁਝ ਕਰ ਸਕਦਾ ਹੈ, ਕਿਉਂਕਿ ਰੱਟੇ ਨਹੀਂ, ਇੰਨੇ ਰੱਟੇ ਨਹੀਂ ਲੱਗ ਸਕਦੇ, 2-4 ਚੀਜ਼ਾਂ ਨੂੰ ਰੱਟੇ ਲੱਗ ਸਕਦੇ। ਸੋ ਬੱਚੇ ਤੁਸੀਂ ਲੈਸਨ ਕਰੋ, ਲੈਸਨ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆਉਣਗੇ। ਸੋ ਲੈਸਨ ਦੀ ਸਮਝ ਹੋਣੀ ਤੁਹਾਡੇ ਲਈ ਜ਼ਰੂਰੀ ਹੈ। ਅਗਲੀ ਗੱਲ, ਅੱਗੇ ਫਿਰ ਸਟੇਟਮੈਂਟ ਆ ਗਈ। ਪਹਿਲੀ ਸਟੇਟਮੈਂਟ, ਖੇਤਰਵਾਦ ਦੀ ਭਾਵਨਾ ਖੇਤਰੀ ਦਲਾਂ ਨੂੰ ਵਧਾ ਰਹੀ ਹੈ। ਖੇਤਰਵਾਦ ਦੀ ਭਾਵਨਾ, ਖੇਤਰਵਾਦ ਹੁੰਦਾ ਹੈ ਸਿਰਫ ਆਪਣੇ ਸਟੇਟ ਨੂੰ ਪਿਆਰ ਕਰਨਾ, ਪੰਜਾਬੀ ਪੰਜਾਬ ਨੂੰ ਪਿਆਰ ਕਰਨ, ਗੁਜਰਾਤੀ ਗੁਜਰਾਤ ਨੂੰ ਪਿਆਰ ਕਰਨ। ਕਹਿੰਦੇ ਖੇਤਰਵਾਦ ਦੀ ਜਿਹੜੀ ਭਾਵਨਾ ਹੈ ਇਹ ਖੇਤਰੀ ਦਲਾਂ ਨੂੰ, ਖੇਤਰੀ ਦਲ ਕਿਹੜੇ ਹੁੰਦੇ ਨੇ, ਜਿਹੜੇ ਰਾਜਾਂ ਦੇ ਵਿੱਚ ਹੋਣ, ਖੇਤਰਾਂ ਵਿੱਚ ਹੋਣ, ਉਹਨੂੰ ਵਧਾ ਰਹੀ ਹੈ। ਪਹਿਲੀ ਸਟੇਟਮੈਂਟ ਪੜ੍ਹ ਲਈ, ਦੱਸੋ ਠੀਕ ਹੈ ਕਿ ਗਲਤ ਹੈ। ਸੋਚੋ, ਖੇਤਰੀ ਦਲ ਵੀ ਤੁਸੀਂ ਕਰ ਚੁੱਕੇ ਹੋ, ਖੇਤਰਵਾਦ ਦੀ ਭਾਵਨਾ ਵੀ ਕਰ ਚੁੱਕੇ ਹੋ। ਪਹਿਲੀ ਸਟੇਟਮੈਂਟ ਸਹੀ ਹੈ। ਦੂਜੀ ਸਟੇਟਮੈਂਟ ਆਪਾਂ ਪੜ੍ਹਦੇ ਹਾਂ, ਖੇਤਰਵਾਦ ਦੀ ਭਾਵਨਾ ਦੇਸ਼ ਦੇ ਵਿਕਾਸ ਅਤੇ ਏਕਤਾ ਲਈ ਜ਼ਰੂਰੀ ਹੈ। ਦੂਜੀ ਸਟੇਟਮੈਂਟ ਨੂੰ ਧਿਆਨ ਨਾਲ ਦੇਖੋ, ਖੇਤਰਵਾਦ ਦੀ ਭਾਵਨਾ ਦੇਸ਼ ਦੇ ਵਿਕਾਸ ਅਤੇ ਏਕਤਾ ਲਈ ਜ਼ਰੂਰੀ ਹੈ। ਇਹ ਕੀ ਹੈ, ਸਟੇਟਮੈਂਟ ਗਲਤ ਹੈ, ਕਿਉਂਕਿ ਖੇਤਰਵਾਦ ਦੀ ਭਾਵਨਾ ਹੋਏਗੀ ਤਾਂ ਉਹ ਦੇਸ਼ ਦੇ ਵਿੱਚ ਏਕਤਾ ਨਹੀਂ, ਬਲਕਿ ਦੇਸ਼ ਵਿੱਚ ਲੜਾਈਆਂ ਹੋਣਗੀਆਂ, ਹਰ ਇੱਕ ਆਪਣੇ ਖੇਤਰ ਬਾਰੇ ਸੋਚੇਗਾ। ਸੋ ਜੇ ਆਪਾਂ ਇਸ ਸਮ ਨੂੰ ਦੇਖੀਏ, ਪਹਿਲੀ ਸਟੇਟਮੈਂਟ ਤੁਸੀਂ ਦੇਖੋ ਸਹੀ ਹੈ, ਦੂਜੀ ਸਟੇਟਮੈਂਟ ਗਲਤ ਹੈ। ਸੋ ਇਹਦਾ ਸਹੀ ਆਨਸਰ ਕੀ ਹੋਏਗਾ, ਇਹ ਸਟੇਟਮੈਂਟ ਸਹੀ ਹੈ। ਠੀਕ ਹੈ ਜੀ, ਆਨਸਰ ਕੀ ਹੋਏਗਾ, ਇਹ ਸਟੇਟਮੈਂਟ ਸਹੀ ਹੈ। ਜੇ ਬੀ ਵੀ ਠੀਕ ਹੁੰਦੀ, ਜੇ ਬੀ ਠੀਕ ਹੁੰਦੀ ਕੱਲੀ ਇਹ ਗਲਤ ਹੁੰਦੀ, ਫਿਰ ਅਸੀਂ ਕੀ ਕਹਿਣਾ ਸੀ, ਬੀ ਸਹੀ ਹੈ। ਜੇ ਦੋਨੋਂ ਠੀਕ ਹੁੰਦੀਆਂ ਅਸੀਂ ਕਹਿਣਾ ਸੀ ਏ ਅਤੇ ਬੀ ਸਹੀ ਹੈ, ਤੇ ਜੇ ਦੋਨੋਂ ਗਲਤ ਹੁੰਦੀਆਂ ਫਿਰ ਅਸੀਂ ਕਹਿਣਾ ਸੀ ਏ ਅਤੇ ਬੀ ਗਲਤ ਹੈ। ਹੁਣ ਮੇਰੀ ਗੱਲ ਸਮਝ ਆ ਗਈ, ਇੱਥੇ ਸਿਰਫ ਇੱਕ ਸਟੇਟਮੈਂਟ ਸਹੀ ਹੈ, ਇਹ ਸਟੇਟਮੈਂਟ ਸਹੀ ਹੈ। ਠੀਕ ਹੋ ਗਿਆ, ਦੋਨੋਂ ਸਹੀ ਵੀ ਆ ਸਕਦੀਆਂ, ਦੋਨੋਂ ਗਲਤ ਵੀ ਆ ਸਕਦੀਆਂ, ਇੱਕ ਸਹੀ ਆ ਸਕਦੀ ਹੈ, ਇੱਕ ਗਲਤ ਆ ਸਕਦੀ ਹੈ, ਕਿਸੇ ਵੀ ਤਰ੍ਹਾਂ ਦਾ ਸਟੇਟਮੈਂਟ ਸਮ ਤੁਹਾਨੂੰ ਆ ਸਕਦਾ ਹੈ। ਠੀਕ ਹੋ ਗਿਆ। ਅਗਲੀ ਗੱਲ, ਪੇਂਡੂ ਲੋਕਤੰਤਰ ਦੀ ਸਥਾਪਨਾ ਲਈ ਕਿਹੜਾ ਭਾਗ ਅਤੇ ਕਿਹੜੀ ਸੂਚੀ ਅੰਕਿਤ ਕੀਤੀ ਗਈ ਹੈ। ਦੋ ਲੋਕਤੰਤਰ ਨੇ, ਇੱਕ ਪੇਂਡੂ ਲੋਕਤੰਤਰ ਹੈ, ਇੱਕ ਸ਼ਹਿਰੀ ਲੋਕਤੰਤਰ ਹੈ। ਸੋ ਯਾਦ ਰੱਖੋ, ਪੇਂਡੂ ਲੋਕਤੰਤਰ ਭਾਗ 9 ਸੂਚੀ 11ਵੀਂ, ਪੇਂਡੂ ਲੋਕਤੰਤਰ ਭਾਗ 9 ਅਨੁਸੂਚੀ 11ਵੀਂ, ਸ਼ਡਿਊਲ 11। ਠੀਕ ਹੋ ਗਿਆ। ਮੰਨ ਲਓ ਇਹਦੀ ਜਗ੍ਹਾ ਤੇ ਤੁਹਾਨੂੰ ਕੁਐਸਚਨ ਆ ਜਾਂਦਾ, ਸ਼ਹਿਰੀ ਲੋਕਤੰਤਰ ਦੀ ਸਥਾਪਨਾ ਲਈ ਕਿਹੜਾ ਭਾਗ ਤੇ ਕਿਹੜੀ ਸੂਚੀ ਅੰਕਿਤ ਹੈ, ਤਾਂ ਸ਼ਹਿਰੀ ਲੋਕਤੰਤਰ ਲਈ ਕੀ ਹੈ, ਭਾਗ 9A ਅਨੁਸੂਚੀ 12। ਬਟ ਇੱਥੇ ਸਾਡੇ ਕੋਲ ਕੁਐਸਚਨ ਕੀ ਹੈ, ਪੇਂਡੂ ਲੋਕਤੰਤਰ, ਤਾਂ ਇਸ ਲਈ ਸਾਡਾ ਆਪਸ਼ਨ ਕੀ ਹੋਏਗਾ, ਬੀ ਭਾਗ 9 ਅਨੁਸੂਚੀ 11ਵੀਂ। ਠੀਕ ਹੈ ਜੀ, ਅੱਗੇ ਚੱਲੀਏ। ਅੱਗੇ ਕਹਿੰਦਾ ਸ਼ਹਿਰੀ ਲੋਕਤੰਤਰ ਦੀ ਸਥਾਪਨਾ ਡੈਸ਼ ਸੰਵਿਧਾਨਕ ਸੋਧ ਰਾਹੀਂ ਨਿਸ਼ਚਿਤ ਕੀਤੀ ਗਈ ਹੈ। ਸ਼ਹਿਰੀ ਲੋਕਤੰਤਰ, ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਤੁਹਾਡੇ ਸਿਲੇਬਸ 'ਚ ਪੇਂਡੂ ਤੇ ਸ਼ਹਿਰੀ ਦੋਨੋਂ ਲੋਕਤੰਤਰ ਹੈ। ਸ਼ਹਿਰੀ ਲੋਕਤੰਤਰ ਲਈ ਸੋਧ ਕਿਹੜੀ ਹੋਈ ਸੀ, 74ਵੀਂ। ਪਹਿਲਾਂ ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਟਿਕ ਕਰੋ, ਸ਼ਹਿਰੀ ਲੋਕਤੰਤਰ ਦੀ ਸਥਾਪਨਾ ਸੰਵਿਧਾਨ ਦੀ ਕਿਹੜੀ ਸੋਧ ਵਿੱਚ ਹੋਈ ਹੈ, 74ਵੀਂ। ਬਟ ਤੁਹਾਨੂੰ ਕਨਫਿਊਜ਼ ਕਰਨ ਦੇ ਲਈ, ਇਨ ਕੇਸ ਮੈਂ ਪੇਪਰ ਪਾਵਾਂ, ਦੇਖੋ 73ਵੀਂ ਸੋਧ ਵੀ ਦਿੱਤੀ ਹੋਈ ਹੈ, 74ਵੀਂ ਵੀ ਦਿੱਤੀ ਹੋਈ। ਕਈ ਵਾਰੀ ਬੱਚੇ ਇਹੀ ਭੁੱਲ ਜਾਂਦੇ ਵੀ ਪੇਂਡੂ ਕਿਹੜੀ ਸੀ, ਸ਼ਹਿਰੀ ਕਿਹੜੀ, ਯਾਦ ਰੱਖਣੀ ਹੈ। ਇਨ ਕੇਸ ਇੱਥੇ ਕੁਐਸਚਨ ਆਂਦਾ ਪੇਂਡੂ ਲੋਕਤੰਤਰ ਦੀ ਸਥਾਪਨਾ ਲਈ ਕਿਹੜੀ ਸੋਧ ਹੈ, ਤਾਂ 73ਵੀਂ। ਜੇ ਸ਼ਹਿਰੀ ਲਈ ਕਿਹੜੀ ਸੋਧ ਹੈ, ਤਾਂ 74ਵੀਂ। ਹੁਣ ਯਾਦ ਰੱਖਣਾ। ਇਸੇ ਤਰ੍ਹਾਂ ਜੇ ਪੇਂਡੂ ਲੋਕਤੰਤਰ ਕਿਹੜੇ ਭਾਗ ਵਿੱਚ ਹੈ, ਸੰਵਿਧਾਨ ਦੇ 9ਵੇਂ ਸੂਚੀ 11ਵੀਂ, ਤੇ ਸ਼ਹਿਰੀ ਲੋਕਤੰਤਰ 9A ਸੂਚੀ 12ਵੀਂ। ਸਮਝ ਆ ਗਈ ਮੇਰੀ ਗੱਲ। ਸੋ ਇਹਦਾ ਆਨਸਰ 8ਵੇਂ ਕੁਐਸਚਨ ਦਾ ਕੀ ਹੋਏਗਾ, ਸੀ। ਹੁਣ ਅਗਲਾ ਪ੍ਰਸ਼ਨ, ਛਾਉਣੀ ਬੋਰਡ, ਛਾਉਣੀ ਬੋਰਡ ਕਿਹੜੇ ਇਲਾਕੇ 'ਚ ਆਉਂਦਾ, ਸ਼ਹਿਰੀ।
ਛਾਉਣੀ ਬੋਰਡ ਕਿਸ ਦੇ ਅਧੀਨ ਕੰਮ ਕਰਦਾ ਹੈ। ਹੁਣ ਬੱਚੇ ਜੇ ਤੁਸੀਂ ਤੁਹਾਨੂੰ ਛਾਉਣੀ ਬੋਰਡ ਤੁਹਾਨੂੰ ਕਰਵਾਇਆ ਹੈ ਤੁਹਾਡੇ ਟੀਚਰਸ ਨੇ ਕੰਟੋਨਮੈਂਟ ਬੋਰਡ, ਤਾਂ ਤੁਹਾਨੂੰ ਪਤਾ ਹੋਏਗਾ ਛਾਉਣੀ ਉਹ ਇਲਾਕਾ ਹੁੰਦਾ ਹੈ ਜਿਹੜਾ ਸ਼ਹਿਰ ਦੇ ਵਿੱਚ ਮਿਲਟਰੀ ਦਾ ਏਰੀਆ ਹੁੰਦਾ ਹੈ, ਜਿਸ ਤਰ੍ਹਾਂ ਚੰਡੀ ਮੰਦਰ ਹੈ, ਅੰਬਾਲਾ ਕੈਂਟ ਹੈ, ਜਲੰਧਰ ਛਾਉਣੀ ਹੈ। ਸੋ ਸ਼ਹਿਰ ਵਿੱਚ ਮਿਲਟਰੀ ਦੇ ਇਲਾਕਾ ਜਿਹੜਾ ਹੁੰਦਾ ਹੈ ਉਸ ਨੂੰ ਛਾਉਣੀ ਬੋਰਡ ਕਿਹਾ ਜਾਂਦਾ ਹੈ। ਇਹ ਕਿਸ ਦੇ ਅਧੀਨ ਕੰਮ ਕਰਦਾ ਹੈ? ਪਹਿਲੀ ਗੱਲ ਗ੍ਰਹਿ ਮੰਤਰਾਲੇ ਦੇ ਅਧੀਨ, ਦੂਸਰੀ ਗੱਲ ਰੱਖਿਆ ਮੰਤਰਾਲੇ ਦੇ ਅਧੀਨ, ਤੀਸਰੀ ਗੱਲ ਸਿੱਖਿਆ ਮੰਤਰਾਲੇ ਦੇ ਅਧੀਨ, ਚੌਥੀ ਗੱਲ ਕੋਈ ਵੀ ਨਹੀਂ। ਹੁਣ ਛਾਉਣੀ ਬੋਰਡ ਕਿਉਂਕਿ ਮਿਲਟਰੀ ਦਾ ਇਲਾਕਾ ਹੈ, ਇਸ ਕਰਕੇ ਯਾਦ ਰੱਖਣਾ ਹੈ ਕਿਹਦੇ ਅਧੀਨ ਕੰਮ ਕਰੇਗਾ? ਰੱਖਿਆ ਮੰਤਰਾਲੇ। ਸਾਡੀ ਰੱਖਿਆ ਮੰਤਰੀ, ਸਾਡਾ ਡਿਫੈਂਸ ਦਾ ਜਿਹੜਾ ਮਹਿਕਮਾ ਹੈ, ਹਰੇਕ ਛਾਉਣੀ ਬੋਰਡ ਸਾਡੇ ਉਸ ਦੇ ਅੰਡਰ ਕੰਮ ਕਰੇਗਾ। ਸੋ ਇਹਦਾ ਆਪਸ਼ਨ ਹੋਏਗੀ ਬੀ, ਰੱਖਿਆ ਮੰਤਰਾਲੇ ਦੇ ਅਧੀਨ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਸ਼ਟਰੀ ਦਲ ਨਹੀਂ ਹੈ? ਹੈ ਨਹੀਂ ਹੈ। ਹੁਣ ਤੁਹਾਨੂੰ 4 ਆਪਸ਼ਨ ਦਿੱਤੀਆਂ, ਭਾਰਤੀ ਜਨਤਾ ਪਾਰਟੀ, ਆਪ ਪਾਰਟੀ, ਆਮ ਆਦਮੀ ਪਾਰਟੀ ਆਪ, ਭਾਰਤੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਪਾਰਟੀ। ਇਹ 4 ਆਪਸ਼ਨਸ ਹੈ। ਇਹਨਾਂ ਵਿੱਚੋਂ ਕਹਿੰਦੇ ਵੀ ਇਹਨਾਂ 'ਚੋਂ ਰਾਸ਼ਟਰੀ ਦਲ ਕਿਹੜਾ ਨਹੀਂ ਹੈ। ਹੁਣ ਦੇਖੋ, ਭਾਰਤੀ ਜਨਤਾ ਪਾਰਟੀ ਰਾਸ਼ਟਰੀ ਦਲ ਹੈ, ਤੁਹਾਨੂੰ ਪਤਾ ਇਸ ਵੇਲੇ ਕੇਂਦਰ 'ਚ ਵੀ ਸਰਕਾਰ ਹੈ। ਕਮਿਊਨਿਸਟ ਪਾਰਟੀ ਰਾਸ਼ਟਰੀ ਦਲ ਹੈ ਕਿਉਂਕਿ ਸਾਡੇ ਰਾਸ਼ਟਰੀ ਦਲਾਂ ਵਿੱਚ ਆਉਂਦੀ ਹੈ। ਕਾਂਗਰਸ ਇਹ ਵੀ ਰਾਸ਼ਟਰੀ ਦਲ ਹੈ। ਆਮ ਆਦਮੀ ਪਾਰਟੀ ਜਾਂ ਆਪ ਪਾਰਟੀ ਜਿਹੜੀ ਹੈ ਉਹ ਬੱਚੇ ਰਾਸ਼ਟਰੀ ਦਲ ਨਹੀਂ ਹੈ, ਬਲਕਿ ਉਹ ਖੇਤਰੀ ਦਲ ਹੈ। ਉਹਨਾਂ ਦੀ ਸਰਕਾਰ ਇਸ ਵੇਲੇ ਦਿੱਲੀ 'ਚ ਕੰਮ ਕਰ ਰਹੀ ਹੈ। ਅਤੇ ਰਾਸ਼ਟਰੀ ਦਲ ਉਹ ਹੁੰਦਾ ਹੈ ਜੋ ਕੇਂਦਰ 'ਚ ਵੀ ਸਰਕਾਰ ਬਣਾਉਂਦਾ ਹੋਵੇ ਅਤੇ ਰਾਜ ਵਿੱਚ ਵੀ, ਜਦੋਂ ਕਿ ਖੇਤਰੀ ਦਲ ਉਹ ਹੁੰਦਾ ਜਿਨ੍ਹਾਂ ਦੇ ਕਿਸੇ ਰਾਜ ਦੇ ਵਿੱਚ ਸਰਕਾਰ ਹੋਵੇ ਪਰ ਉਹ ਕੇਂਦਰ ਵਿੱਚ ਸਰਕਾਰ ਬਣਾਉਣ 'ਚ ਹੈਲਪ ਕਰਦੇ ਹਨ, ਪਰ ਇਕੱਲੇ ਹਜੇ ਸਰਕਾਰ ਨਹੀਂ ਬਣਾਈ। ਸੋ ਇਹਨਾਂ ਵਿੱਚੋਂ ਜਿਹੜੀ ਖੇਤਰੀ ਦਲ ਹੈ ਉਹ ਕੀ ਹੈ? ਆਪ ਪਾਰਟੀ। ਤੁਹਾਨੂੰ ਆਮ ਆਦਮੀ ਪਾਰਟੀ ਪਾ ਸਕਦੇ ਹਾਂ। ਇੱਥੇ ਤੁਹਾਨੂੰ ਆਪਸ਼ਨ ਦੇ 'ਚ ਅਕਾਲੀ ਦਲ ਵੀ ਪਾਇਆ ਜਾ ਸਕਦਾ ਸੀ। ਜੇ ਅਕਾਲੀ ਦਲ ਪਾ ਦਿੰਦੇ ਤਾਂ ਵੀ ਤੁਹਾਡਾ ਆਪਸ਼ਨ ਕੀ ਹੋਣਾ ਸੀ? ਅਕਾਲੀ ਦਲ। ਸੋ ਤੁਸੀਂ 4 ਰਾਸ਼ਟਰੀ ਦਲਾਂ ਦੇ ਨਾਮ ਯਾਦ ਰੱਖੋ। 2 ਸਿਲੇਬਸ ਦੇ ਵਿੱਚ ਖੇਤਰੀ ਦਲ ਨੇ, ਉਹ ਦੋਨੋਂ ਤੁਸੀਂ ਯਾਦ ਰੱਖਣੇ। ਅਗਲੀ ਗੱਲ, ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਭਾਰਤੀ ਦਲ ਪ੍ਰਣਾਲੀ ਦੀ ਹੈ? ਨਹੀਂ ਹੈ, ਨਹੀਂ ਹੈ। ਉਹ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਸਿਆ ਸਾਡੀ ਭਾਰਤ ਦੀ ਦਲ ਪ੍ਰਣਾਲੀ ਨੂੰ, ਬਹੁਦਲੀ ਪ੍ਰਣਾਲੀ ਨੂੰ ਕਿਹੜੀ ਸਮੱਸਿਆ ਤੰਗ ਕਰ ਰਹੀ ਹੈ? ਪਹਿਲੀ ਸਮੱਸਿਆ ਅੰਦਰੂਨੀ ਗੁੱਟਬੰਦੀ, ਵੀ ਦਲ ਆਪਸ ਦੇ ਵਿੱਚ ਅੰਦਰੋਂ ਅੰਦਰ ਟੁੱਟਦੇ ਜਾ ਰਹੇ ਨੇ, ਬਿਲਕੁਲ ਸਮੱਸਿਆ ਹੈ ਸਾਡੇ ਲਈ। ਅੰਦਰੂਨੀ ਲੋਕਤੰਤਰ ਦੀ ਘਾਟ, ਦਲਾਂ ਦੇ ਵਿੱਚ ਮੈਂਬਰ ਜੋ ਖੁੱਲ੍ਹ ਕੇ ਬੋਲਣਾ ਚਾਹੁੰਦੇ ਉਹ ਆਪਣੇ ਵਿਚਾਰ ਨਹੀਂ ਦੇ ਸਕਦੇ, ਇਹ ਵੀ ਬਿਲਕੁਲ ਵੱਡੀ ਸਮੱਸਿਆ ਹੈ। ਦਲ ਬਦਲੀ, ਅੱਜ ਇਸ ਦਲ ਵਿੱਚ ਹੈ, ਕੱਲ੍ਹ ਦਲ ਬਦਲ ਕੇ ਦੂਜੇ ਚਲੇ ਜਾਂਦੇ ਆ, ਕਦੇ ਅੱਜ ਆਹ ਦਲ, ਅੱਜ ਅਕਾਲੀਆਂ 'ਚ ਹੈ, ਕੱਲ੍ਹ ਕਾਂਗਰਸ 'ਚ, ਪਰਸੋਂ ਬੀਜੇਪੀ 'ਚ, ਇਹ ਵੀ ਸਾਡੇ ਲਈ ਸਮੱਸਿਆ ਹੈ। ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇੱਥੇ ਆਪਸ਼ਨ ਕੀ ਹੋਏਗੀ? ਇਹ ਸਾਰੀ ਸਾਡੀਆਂ ਸਮੱਸਿਆਵਾਂ ਨੇ। ਠੀਕ ਹੈ ਬੇਟੇ, ਚੌਥੀ ਆਪਸ਼ਨ ਸਹੀ ਹੈ। ਅੱਗੇ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ ਭਾਰਤ ਵਿੱਚ ਸਭ ਤੋਂ ਪੁਰਾਣਾ ਰਾਜਨੀਤਿਕ ਦਲ ਹੈ? ਸੋ ਜਦੋਂ ਤੁਸੀਂ ਰਾਜਨੀਤਿਕ ਦਲ ਪੜ੍ਹੇ ਹੋਣੇ ਤਾਂ ਤੁਹਾਡੇ ਟੀਚਰਸ ਨੇ ਤੁਹਾਨੂੰ ਦੱਸਿਆ ਹੋਣਾ ਕਿ ਕਾਂਗਰਸ ਪਾਰਟੀ ਜਿਹੜੀ ਹੈ, ਬੀ ਆਪਸ਼ਨ ਕਾਂਗਰਸ ਪਾਰਟੀ, ਇਹ ਸਭ ਤੋਂ ਪੁਰਾਣਾ ਦਲ ਹੈ ਕਿਉਂਕਿ ਕਾਂਗਰਸ ਦਾ ਜਨਮ 1885 ਦੇ ਵਿੱਚ ਹੋਇਆ। ਠੀਕ ਹੈ, ਬਾਕੀ ਸਭ ਨਵੀਆਂ ਪਾਰਟੀਆਂ ਨੇ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਪਾਰਟੀਆਂ ਨੇ। ਅਗਲੀ ਗੱਲ, 2019 ਦੀਆਂ 17ਵੀਂ ਲੋਕ ਸਭਾ ਚੋਣਾਂ ਜਿਹੜੀ ਆਪਣੀ ਹੁਣ ਇਸ ਵੇਲੇ ਸਰਕਾਰ ਕੇਂਦਰ ਵਿੱਚ ਚੱਲ ਰਹੀ ਹੈ ਮੋਦੀ ਜੀ ਦੀ ਅਗਵਾਈ ਅਧੀਨ, 2019 ਦੀਆਂ 17ਵੀਂ ਲੋਕ ਸਭਾ ਚੋਣਾਂ ਤੋਂ ਬਾਅਦ ਕਿਸ ਪਾਰਟੀ ਦੀ ਸਰਕਾਰ ਸ਼ਾਸਨ ਕਰ ਰਹੀ ਹੈ? ਤਾਂ ਆਪਸ਼ਨ ਨੇ ਕਾਂਗਰਸ, ਯੂਪੀਏ ਬੇਟੇ ਗਠਬੰਧਨ ਹੈ, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਕਾਂਗਰਸ ਦੇ ਅਧੀਨ, ਅਕਾਲੀ ਦਲ, ਐਨਡੀਏ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਵੱਡੀ ਪਾਰਟੀ ਬੀਜੇਪੀ। ਜੇ ਆਪਾਂ 2019 ਦੀ ਗੱਲ ਕਰੀਏ ਤਾਂ ਆਪਾਂ ਨੂੰ ਆਮ ਸ਼ਬਦਾਂ 'ਚ ਅਸੀਂ ਕਹਾਂਗੇ ਬੀਜੇਪੀ ਦੀ ਸਰਕਾਰ ਹੈ, ਜਦੋਂ ਕਿ 2019 ਤੋਂ ਬਾਅਦ ਕਿਹਦੀ ਸਰਕਾਰ ਕੰਮ ਕਰ ਰਹੀ ਹੈ? ਐਨਡੀਏ ਦੀ ਸਰਕਾਰ ਕੰਮ ਕਰ ਰਹੀ ਹੈ। ਔਰ ਐਨਡੀਏ ਵਿੱਚ ਸਭ ਤੋਂ ਵੱਡੀ ਪਾਰਟੀ ਕਿਹੜੀ ਹੈ? ਭਾਰਤੀ ਜਨਤਾ ਪਾਰਟੀ, ਬੀਜੇਪੀ। ਠੀਕ ਹੈ, ਸੋ ਤੁਹਾਡੀ ਇਹ ਆਪਸ਼ਨ ਸਹੀ ਹੈ। ਅਗਲਾ, ਭਾਰਤ ਵਿੱਚ ਵਧੇਰੇ ਮਤਦਾਤਾ, ਹੁਣ ਇਹ ਸਟੇਟਮੈਂਟ ਵਾਲਾ ਸਮ ਆ ਗਿਆ, ਬੜੇ ਧਿਆਨ ਨਾਲ ਆਪਾਂ ਪੜ੍ਹਨੀ ਹੈ ਸਟੇਟਮੈਂਟ। ਪਹਿਲੀ ਸਟੇਟਮੈਂਟ ਆਪਾਂ ਪੜ੍ਹ ਰਹੇ ਹਾਂ, ਭਾਰਤ ਵਿੱਚ ਵਧੇਰੇ ਮਤਦਾਤਾ ਆਪਣੇ ਧਰਮ ਅਤੇ ਜਾਤ ਦੇ ਉਮੀਦਵਾਰ ਨੂੰ ਵੋਟ ਪਾਉਂਦੇ ਹਨ। ਹਾਂਜੀ ਦੱਸੋ, ਸਹੀ ਹੈ ਕਿ ਨਹੀਂ? ਬਿਲਕੁਲ ਸਹੀ ਹੈ। ਆਪਾਂ ਧਰਮ ਤੇ ਜਾਤ ਦੇਖ ਕੇ ਲੋਕ ਵੋਟ ਪਾਉਂਦੇ ਨੇ। ਦੂਜੀ ਗੱਲ, ਭਾਰਤ ਦੇ ਕਈ ਮਤਦਾਤਾ ਦਲਾਂ ਦੇ ਚੋਣ ਮਨੋਰਥ ਪੱਤਰਾਂ ਅਤੇ ਪਿਛਲੀ ਕਾਰਗੁਜ਼ਾਰੀ ਨੂੰ ਦੇਖ ਕੇ ਵੋਟ ਪਾਉਂਦੇ ਨੇ। ਜਿਹੜੇ ਸਿਆਣੇ ਮਤਦਾਤਾ ਹੈ ਉਹ ਕੀ ਦੇਖਦੇ ਨੇ ਕਿ ਦਲਾਂ ਨੇ ਕੰਮ ਕਿਹੜੇ ਕਰਨੇ ਨੇ, ਪਿਛਲੇ ਸਾਲਾਂ 'ਚ ਕੰਮ ਕਿਵੇਂ ਕੀਤੇ ਨੇ, ਦਲ ਨੇ ਵਧੀਆ ਕੰਮ ਕੀਤੇ ਕਿ ਨਹੀਂ, ਉਹ ਦੇਖ ਕੇ ਵੋਟ ਪਾਉਂਦੇ ਹਨ।
पर कुछ लोग धर्म देख के जात देख के ही वोट पाते हैं। सो दोनों स्टेटमेंटां नूं जे आपां पढ़दे हां तां मेरे हिसाब नाल की है, स्टेटमेंट ए अते बी दोनों सही हैं। ठीक है जी, ध्यान नाल देखनी है स्टेटमेंट। अगला क्वेश्चन, जन सहभागिता विच शामिल है। जन सहभागिता मैंने जनता दा राजनीति विच भाग लेना, उहदे विच शामिल है। किहनूं आपां जन सहभागिता कहने आ? वोट पाउण नूं, जी हाँ। चोण लड़ना, बिल्कुल चोण भी लड़ते हैं असी। नंबर 3, सरकार की आलोचना, बिल्कुल सरकार की आलोचना भी कर सकते हैं असी। चौथी ऑप्शन आ गई उपरोक्त सारे। इहदा मतलब जन सहभागिता विच की शामिल है? वोट पाना, चोण लड़ना, सरकार की आलोचना करना। सो आंसर किहड़ा होएगा? नंबर 4, उपरोक्त सारे। उपरोक्त सारे। अगला क्वेश्चन, भारत के मुख चोण कमिश्नर कौन हैं वर्तमान समय? सो इदा के जनरल नॉलेज के क्वेश्चन बच्चे तुहानूं आ सकते हैं। सो चोण कमिश्नर पहला श्री सुनील अरोड़ा जी सी, हुण कौन ने? श्री सुशील चंद्रा जी। इन्हां दा नाम तुसीं याद रखना है, आ सकता है क्वेश्चन। अगली गल, भारत विच चोणां संबंधी सारियां व्यवस्थावां किस अनुच्छेद तो किस अनुच्छेद तक ने? ये बिल्कुल याद करने वाला क्वेश्चन है, कोई दिमाग नहीं लाना। चोणां संबंधी सारियां व्यवस्थावां भारतीय संविधान के अनुच्छेद 324 तो लैके 329 तक ने। ये तुसीं बिल्कुल याद रखना है। तो जे कल्ला चोण आयोग पुछ लैण तो 324 याद रखना। अगे, हेठ लिखियां विचों किहड़ा कारज चोण प्रक्रिया का हिस्सा नहीं है? चोण प्रक्रिया की हुंदी है? चोणां दे दिन की अनाउंसमेंट, चोणां दी डेट की घोषणा तो लैके कि कित्थे चोण होनी है, नतीजे घोषित करन तक नूं आपां चोण प्रक्रिया कहने आ, इलैक्शन प्रोसैस। सो चोण खेतर निश्चित करना बिल्कुल हिस्सा है। चोण मुहिम, चोणां दा प्रचार करना, यह भी चोण प्रक्रिया का हिस्सा है। नतीजे घोषित करना, यह भी चोण प्रक्रिया का हिस्सा है। राजनीतिक दलों नूं माणता देनी, ये माणता तो चोण आयोग दिंदा है पर यह चोण प्रक्रिया का हिस्सा नहीं है। सो तुहानूं ये आंसर इहनूं टिक कर लो कि राजनीतिक दलों नूं माणता देनी दिंदा, चोण आयोग माणता दिंदा है पर चोण प्रक्रिया के दौरान नहीं दिंदा है, पहलां ही जदों दल बनदा है उदों ही माणता दे दित्ती जांदी है। अगली गल, भारत विच किहड़ी चोण प्रतख नहीं हुंदी? हुण प्रतख ते अप्रतख चोण है, किहड़ी चोण प्रतख नहीं हुंदी? देखो तुहानूं पता है हर 5 साल बाद लोक सभा दीयां चोणां हुंदियां, प्रतख चोणां हुंदियां बिल्कुल। राज विधान सभावां दीयां राज्यां दीयां चोणां हुंदियां, बिल्कुल प्रतख हुंदियां ने। पंचायतां दीयां चोणां हुंदियां 5 साल बाद, ये भी प्रतख हुंदियां ने। किहड़ी चोण प्रतख नहीं हुंदी? राज सभा दी। तुहानूं सब नूं पता है कि राज सभा दी चोण जिहड़ी है वो अप्रतख चोण है, इस करके इहदा ऑप्शन की आ गया? राज सभा दी चोण। अगे तुहाडी फिलिंग दी ब्लैंक्स आ गया। डैश दी चोण अप्रतख चोण दी उदाहरण है। ये प्रतख चोण ते क्वेश्चन है, ये अप्रतख चोण ते। हुण किहदी चोण अप्रतख चोण है? राष्ट्रपति, प्रधान मंत्री, मुख मंत्री, उपरोक्त सब दी। हुण देखो प्रधान मंत्री की चोण लोक सभा तो बाद हुंदी है, प्रतख चोण है। मुख मंत्री की चोण राज विधान सभा तो बाद हुंदी है, प्रतख चोण है। किहदी चोण अप्रतख है? राष्ट्रपति की, क्योंकि राष्ट्रपति नूं सीधे लोक नहीं चुणदे, लोक सभा, राज सभा अते राज विधान सभावां चुणदियां हन। सो राष्ट्रपति की चोण अप्रतख चोण की उदाहरण है। एक राष्ट्रपति ते एक राज सभा, याद रखियो, राष्ट्रपति अते राज सभा ये दो अप्रतख चोणां ने। अगे 1952 तो 1977 तक स्टेटमेंट है। 1952 पहलियां चोणां तो लैके 1977 तक भारतीय राजनीति विच कांग्रेस पार्टी का बोलबाला सी। बिल्कुल ठीक, 1952 तो 77 तक कांग्रेस ही छाई रही, होर कोई दल केंद्र विच आया ही नहीं। बिल्कुल ठीक स्टेटमेंट। सैकेंड स्टेटमेंट, 2014 अते 2019 16वीं लोक सभा अते 17वीं लोक सभा, 2014 तो 19, 19 तो 23 दियां चोणां विच भारतीय जनता पार्टी की प्रमुखता नज़र आई। बिल्कुल 14 विच भी बीजेपी फुल मेजोरिटी नाल आई है, 19 दे विच भी आई है। हुण देखो जे आपां दोनों स्टेटमेंट नूं देखीए तो ए भी ठीक है अते बी भी ठीक है। सो इहदा आंसर होएगा सी, ए अते बी दोनों स्टेटमेंट्स सही हैं। ठीक है बच्चे, स्टेटमेंट बड़ा सम बहुत ध्यान नाल देखना है। स्टेटमेंट पहली भी सही हो सकती है, दूजी भी सही हो सकती है, दोनों भी हो सकती हैं, दोनों गलत भी हो सकती हैं, दोनों गलत भी हो सकती हैं। सो इस गल नूं भी याद रखना है। अगली गल, हेठ लिखियां विचों किहड़ा भारतीय लोकतंत्र की निशानी है? कित्थों पता लगता है भारत विच लोकतंत्र है? नंबर 1 बालग मत अधिकार, सब नूं वोट पाउण दा अधिकार है, बिल्कुल साडे लोकतंत्र की निशानी है। नंबर 2 प्रतख चोणां, लोक सभा दियां, राज्यां दियां चोणां, पंचायतां दियां चोणां, नगर पालिका दियां चोणां, बिल्कुल साडे लोकतंत्र की निशानी है। नंबर 3 बहुदली प्रणाली, साडे किन्ने ही राजनीतिक दल
ਕੰਮ ਕਰ ਰਹੇ ਨੇ। ਰਾਜਨੀਤਿਕ ਦਲ ਬਣਨ ਦਾ ਅਧਿਕਾਰ ਹੈ, ਭਾਰਤ ਵਿੱਚ ਲੋਕ ਰਾਜਨੀਤਿਕ ਦਲ ਬਣਾ ਸਕਦੇ ਹਨ, ਇਹ ਵੀ ਸਾਡੇ ਲੋਕਤੰਤਰ ਦੀ ਨਿਸ਼ਾਨੀ ਹੈ। ਚੌਥਾ ਹੈ ਉਪਰੋਕਤ ਸਾਰੇ, ਇਹਦਾ ਆਨਸਰ ਕੀ ਹੋਏਗਾ? ਉਪਰੋਕਤ ਸਾਰੇ। ਠੀਕ ਹੈ ਜੀ, क्योंकि ये तीनों सही ने, इट मीन्स आंसर की है उपरोक्त सारे। अगली गल, हथौड़ा दातरी अते तारा किस पार्टी का चोण निशान है? हुण बच्चे ये ऑप्शन है भारतीय जनता पार्टी, याद रखना। एक मैं हुणे दसदा कि चोण निशान अते प्रधान राष्ट्रीय दलों के खेतरी दलों के चोण निशान अते प्रधान ते दल कदों बने आ? मैनू लगता है मैं हर चौथे दिन अपनी क्लास के विच चार्ट दोहराती है। सो ये तुसी घोल के पी जाना, क्योंकि ये एक क्वेश्चन जरूर आएगा जो मैनू लगता है। सो हथौड़ा दातरी अते तारा किस पार्टी का चोण निशान है? साडे कोल दो पार्टियां, भारतीय जनता पार्टी का कमल का फुल, इहदा मतलब नहीं। ठीक है जी। उस तो बाद भारतीय कम्युनिस्ट पार्टी अते भारतीय कम्युनिस्ट पार्टी मार्क्सवादी। देखो ये दोवां च तुसी कन्फ्यूज़ होना है। सो तुसी याद रखना है, इन्हां दोनां दे विच तुसी कन्फ्यूज़ होना है। ठीक है जी। कणक दियां बल्लियां दातरी अते कणक दियां बल्लियां, हथौड़ा दातरी अते तारा, जिथे तुहानू नाल ब्रैकेट च मार्क्सवादी आ गया, एम पै गया क्योंकि नाम सेम ने, उत्थे की है? हथौड़ा दातरी अते तारा। सो ये इहदी ऑप्शन आ बड़ी सही है। ठीक है जी। अगला क्वेश्चन भी मैं फिर रिपीट कर रही हूँ रोक के कि चोण निशान प्रधान ते दल कदों बने आ? ये तुसी घोल के पी जाओ पुत्तर, ये वेरी इंपॉर्टेंट है। इहदे विचों तुहानू एक क्वेश्चन जरूर पर जरूर आएगा पेपर च। अगली गल, नगर निगम के प्रधान नू डैश कहा जाता है। हुण नगर निगम मैंने शहरी लोकतंत्र, बहुत वड्डा नगर, नगर निगम मैंने बहुत वड्डा नगर, विशाल नगर, अमृतसर, जलंधर, लुधियाना, पटियाला, मोहाली, बठिंडा, उत्थे जिहड़ा नगर निगम बनता है उहदे प्रधान नूं की कहा जाता है? मेयर कहा जाता है। वेरी 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 इंपॉर्टेंट क्वेश्चन। मेयर, जे मैं पेपर पावां तो मेयर ते क्वेश्चन जरूर पाती है। अगली गल, ब्लाक समति या पंचायत समति के कार्यकारी अधिकारी। कार्यकारी अधिकारी मैंने सरकार वालों नियुक्त किया गया अधिकारी, एक हुंदा चुनिया होया मैंबर, एक हुंदा सरकारी अधिकारी। सो सरकारी अधिकारी है साडे BDPO, ब्लॉक डिवेलपमेंट एंड पंचायत ऑफिसर। वेरी 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 इंपॉर्टेंट क्वेश्चन अगेन। अगली गल, भारत विच मतदाता सूचियां तैयार कराउणा राजनीतिक दलों नूं मानता देनी किसदा काम है? बड़ा सौखा क्वेश्चन है, चोण आयोग का काम है। अगली गल, स्टेटमेंट सम, बहुजन समाज पार्टी बसपा, ठीक है, हाथीवाड़ी पार्टी बसपा एक जात ते आधारित दल है, बिल्कुल सही है स्टेटमेंट। दूसरी स्टेटमेंट, RSS अते हिंदू शिव सेना खेतरी दल ने। इत्थे तुहानू खेतरी भी आ सकता है, तुहानू धर्म ते आधारित दल भी आ सकता है। जे धर्म ते आधारित आ जाता है तो भी स्टेटमेंट सही है। खेतरी किते किते हिंदू शिव सेना या किते किते इन्हां दी सरकार है। सो ये जिहड़ियां दोनों स्टेटमेंट ने ये भी की है? सही है। जे तुहानू धार्मिक दल भी आ जाता तो भी ये सही। और बहुजन समाज पार्टी तुसी याद रखना है, जात ते आधारित बसपा जिहड़ी है जिन्हां दा चोण निशान हाथी है, ये बसपा जात ते आधारित दल है, बिल्कुल ठीक। अगली गल, चोण उर्जदारियां या चोणां संबंधी झगड़े किस कोल हल करन जांदे हन? सो चोण उर्जदारियां चोण आयोग कोल, बच्चे ठा करके आंसर लिख देंगे ने चोण आयोग नहीं बेटे, चोणा संबंधी कोई भी झगड़ा हो जाएगा तो कित्थे जाएगा? हाई कोर्ट विच। वेरी 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 इंपॉर्टेंट क्वेश्चन। ठीक है जी, क्योंकि बच्चे आम तौर पर आंसर चोण आयोग लिख देंगे ने। अगली गल, संसदीय सरकार विच मंत्री परिषद अते प्रधानमंत्री नूं लोक सभा किस प्रस्ताव राहीं भंग कर सकती है? वेरी इंपॉर्टेंट क्वेश्चन, अविश्वास के प्रस्ताव के राहीं। आखिरी क्वेश्चन, बालग मत अधिकार लोक प्रभुसत्ता का प्रतीक है। बालग मत अधिकार तो पता लगता है कि प्रभुसत्ता लोगों के हथ विच है, बिल्कुल सही है। दूजी गल, बालग मत अधिकार नाल बुद्धिमान मतदाता का नुकसान हुंदा है। भी नुकसान किद्दां होएगा? बुद्धिमान बंदा, बुद्धिमान मैंने इंटैलीजेंट बंदा, वो अपने सोच समझ के वोट पा दे, उहदा नुकसान नहीं हुंदा, किसी का नुकसान नहीं हुंदा बालग मत अधिकार नाल, सगों सबनूं समानता मिलती है। सो बी स्टेटमेंट गलत है। सो इहदा जे आपां आंसर लिखना हो तो असीं पहला आंसर करांगे ए स्टेटमेंट सही है। आ गई मेरी गल समझ? सो मैं थोड़े जे क्वेश्चनस करा के अपने वालों कुछ एक इंपॉर्टेंट क्वेश्चन देखे ने
ਜਾਂ ਕਹਿ ਲਓ ਥੋੜ੍ਹਾ ਜਿਹਾ ਮੈਂ ਪੈਟਰਨ ਨੂੰ ਦੇਖਿਆ ਹੈ ਬੱਚੇ, ਬਾਕੀ ਪੇਪਰਾਂ ਤੱਕ ਤੁਹਾਡੇ ਕੋਈ ਰੂਲ ਚੇਂਜ ਹੋ ਜਾਣ ਤਾਂ ਮੈਂ ਕਹਿ ਨਹੀਂ ਸਕਦੀ। ਸੋ ਬੀ ਪਾਰਟ ਦੀ ਥੋੜ੍ਹੀ ਜਿਹੀ ਰਿਵੀਜ਼ਨ ਮੈਂ ਕਰਾਈ ਹੈ। ਤੁਹਾਡਾ ਇਹ YouTube ਤੇ ਵੀ ਲੈਕਚਰ ਤੁਹਾਡੇ ਕੋਲ ਅਵੇਲੇਬਲ ਹੋਏਗਾ ਬੜੀ ਜਲਦੀ। ਸੋ ਤੁਸੀਂ ਸਭ ਨੇ ਇਹਦੇ ਥਰੂ ਰਿਵੀਜ਼ਨ ਕਰਨੀ ਹੈ ਅਤੇ ਸਟੇਟਮੈਂਟ ਸਮਸ ਨੂੰ ਧਿਆਨ ਨਾਲ ਕਰਨਾ ਹੈ। ਜਲਦੀ ਜਲਦੀ ਕਰਾਉਂਦੇ ਹੋਏ ਮੇਰੇ ਤੋਂ ਕੋਈ ਗਲਤੀ ਰਹਿ ਗਈ ਹੋਏ ਤਾਂ ਉਹਦੇ ਲਈ ਮੈਂ ਖਿਮਾ ਚਾਹੁੰਦੀ ਹਾਂ ਸਾਰਿਆਂ ਤੋਂ। ਅਤੇ ਤੁਹਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਪੇਪਰਾਂ ਲਈ। ਬੈਸਟ ਆਫ ਲੱਕ ਐਂਡ ਲਵ ਯੂ ਆਲ। ਥੈਂਕ ਯੂ ਵੈਰੀ ਮਚ।